किताब पढ़ते पढ़ते नींद आनी शुरू हो जाती है, ਉਹਦੇ ਲਈ ਵੀ ਅਸੀਂ ਦਵਾਈ ਲੱਭ ਕੇ ਰੱਖੀ ਹੈ। ਤਾਂ ਉਹ ਦਵਾਈ ਬੜਾ ਸੌਖਾ ਜਿਹਾ ਨੁਸਖਾ ਹੈ ਵੀ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਨਾ ਤਾਂ ਉਹ ਪੜ੍ਹਾਉਣ ਦੇ ਨਾਲ ਪ੍ਰਯੋਗੀ ਤਰੀਕਿਆਂ ਨੂੰ ਅਪਣਾਵੇ, ਪ੍ਰਯੋਗੀ ਢੰਗਾਂ ਦੇ ਨਾਲ ਹੱਥੀਂ ਕਰਕੇ ਦਿਖਾਵੇ ਉਹਨਾਂ ਨੂੰ, ਜਿਸ ਨੂੰ ਅਸੀਂ ਕਹਿੰਦੇ ਆ ਨਾ ਵੀ ਜੇ ਹੈਂਡਸ ਔਨ ਤਾਂ ਮਾਈਂਡਸ ਔਨ। ਜੇ ਇਸ ਵਿਗਿਆਨ ਨੂੰ ਅਸੀਂ ਸਿੱਖ ਲਿਆ ਤਾਂ ਅਸੀਂ ਸਹਿਜੇ ਹੀ ਮਤਲਬ ਸੱਚਾਈ ਤੱਕ ਪਹੁੰਚ ਗਏ। ਜੇ ਸੱਚਾਈ ਤੱਕ ਪਹੁੰਚ ਗਏ ਸਾਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਹੀ ਨਹੀਂ ਹੈ। ਆ ਜਿਹੜੇ ਸਿਰੇ ਹੈ ਜਿੱਥੇ ਧਾਗਾ ਜਾ ਕੇ ਮਤਲਬ ਇਕੱਠਾ ਹੋਇਆ, ਗੱਠ ਬਣ ਗਈ, ਇੱਕ ਕਿਨਾਰਾ ਬਣ ਗਿਆ, ਉਸ ਨੂੰ ਅਸੀਂ ਨੋਡ ਕਹਿੰਦੇ ਆ। ਤੇ ਜਿੱਥੇ ਇਹ ਫੈਲ ਰਿਹਾ ਸੀਗਾ ਉਹ ਐਂਟੀ ਨੋਡ ਹੈ। ਜਦੋਂ ਨੋਡ ਤੇ ਐਂਟੀ ਨੋਡ ਦੀ ਫਾਰਮੇਸ਼ਨ ਹੁੰਦੀ ਹੈ ਤਾਂ ਵਾਈਬ੍ਰੇਸ਼ਨਸ ਦੇ ਨਾਲ ਹੁੰਦੀ ਹੈ, ਔਰ ਵਾਈਬ੍ਰੇਸ਼ਨਸ ਪੈਦਾ ਹੋਣ ਦੇ ਨਾਲ ਜਿਹੜੀ ਸਾਊਂਡ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਕਈ ਇੱਕ ਵਾਰੀ ਮੈਂ ਦੇਖੀ ਸੀ ਇੱਕ ਵੀਡੀਓ, ਬਾਬਾ ਗੁਰਪ੍ਰੀਤ ਸਿੰਘ ਸੀ ਜਿਹੜਾ ਉਹ ਦਿਖਾ ਰਿਹਾ ਸੀਗਾ, ਉੱਥੇ ਲੋਕਾਂ ਨੂੰ ਭਰਮਾ ਰਿਹਾ ਸੀਗਾ। ਇਸ ਨੂੰ ਬਰਾਬਰ ਕਰਕੇ ਇੱਥੋਂ ਮੈਂ ਪਕੜ ਲੈਣਾ, ਸੁੱਕਿਆ ਹੋਇਆ ਜਿਹੜਾ ਸਾਬਣ ਹੈ ਉਹ ਯੂਜ਼ ਕਰਦੇ ਆ। ਇਹ ਬਾਬਾ ਜੀ ਨੇ ਆਪਣੇ ਹੱਥ ਤੇ ਪਹਿਲਾਂ ਲਾਇਆ ਹੋਇਆ ਸੀ। ਮੈਗਲੇਵ ਟ੍ਰੇਨ ਹੈ, ਮੈਗਨੈਟਿਕ ਲੈਵੀਟੇਸ਼ਨ ਕਿਹਾ ਜਾਂਦਾ ਇਸ ਨੂੰ, ਵੀ ਮੈਗਨੇਟ ਦੇ ਉਲਟ ਪ੍ਰਭਾਵਾਂ ਦੇ ਨਾਲ ਇਹ ਜਿਹੜੀ ਚੱਲਣ ਵਾਲੀ ਗੱਡੀ ਹੈ। ਹੁਣ ਦੇਖੋ ਉਹੀ ਸੀਡੀ ਹੈ ਜਿਹੜੀ ਇਸ ਦੇ ਉੱਪਰ ਮੂਵ ਕਰ ਰਹੀ ਹੈ, ਤੁਸੀਂ ਦੇਖ ਰਹੇ ਹੋ। ਕਿਉਂ ਮੂਵ ਕਰ ਰਹੀ ਹੈ? ਕਿਉਂਕਿ ਹੇਠਲਾ ਮੈਗਨੇਟ ਉੱਪਰਲੇ ਨੂੰ ਰਿਪੈਲ ਕਰ ਰਿਹਾ ਹੈ। ਤਾਂ ਹੁਣ 15 ਸਕਿੰਟਾਂ ਦੇ ਵਿੱਚ ਡਾਕਟਰ ਨੋਟ ਕਰ ਲੈਂਦਾ ਵੀ 15 ਸਕਿੰਟਾਂ ਦੇ ਵਿੱਚ ਇੰਨੇ ਵਾਰੀ ਧੜਕਿਆ, ਉਹਨੂੰ 4 ਨਾਲ ਗੁਣਾ ਕਰ ਲੈਂਦਾ ਵੀ ਇੰਨੇ ਵਾਰੀ ਧੜਕਿਆ, ਤਾਂ ਕਹਿ ਦਿੰਦਾ ਹਾਂ ਵੀ ਤੂੰ ਠੀਕ ਠਾਕ ਹੈ ਜਾਂ ਤੈਨੂੰ ਇਹ ਦਿੱਕਤ ਹੈ। ਤਾਂ ਅਸੀਂ ਘਰੇ ਹੀ ਇਹ 8 ਰੁਪਏ ਦਾ ਸਟੈਥੋਸਕੋਪ ਤਿਆਰ ਕਰਕੇ ਆਪਣੀ ਬਿਮਾਰੀ ਨੂੰ ਪਹਿਲਾਂ ਘਰੇ ਤਾਂ ਟੈਸਟ ਕਰ ਲਈਏ। ਇਸ ਤੋਂ ਬਾਅਦ ਗੱਲ ਆ ਜਾਂਦੀ ਇਨੋਵੇਸ਼ਨ ਦੀ। ਹੁਣ ਇਹ ਇਕੱਲਾ ਸਟੈਥੋਸਕੋਪ ਨਹੀਂ ਹੈ ਮੇਰਾ, ਹਾਂ ਇਹਨੂੰ ਸਟੈਥੋਸਕੋਪ ਹੀ ਨਾ ਸਮਝ ਲਿਓ, ਮੈਂ ਨਵੀਆਂ ਇਨੋਵੇਸ਼ਨਸ ਕਰਦਾ। ਇਹ ਦੇਖੋ ਤੁਸੀਂ ਹੁਣ ਤੁਹਾਡੇ ਸਾਹਮਣੇ, ਹੈਲੋ 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 ਮਾਈਕ ਟੈਸਟਿੰਗ, ਹੈਲੋ। ਆ ਮੇਰੀ ਆਵਾਜ਼ ਨੂੰ ਐਂਪਲੀਫਾਈ ਕਰਤਾ ਹੋਇਆ ਜੀ, ਐਂਪਲੀਫਾਈ। ਤੁਸੀਂ ਦੇਖੋ ਮੇਰੀ ਆਵਾਜ਼ ਐਂਪਲੀਫਾਈ ਹੋ ਗਈ ਹੋਈ ਹੈ। ਉਹ ਕਹਿੰਦੇ ਵੀ ਆ ਵੀ ਕਿਵੇਂ ਰੱਬ ਦਾ ਕੀ ਪਾਣਾ, ਕਹਿੰਦਾ ਇੱਧਰੋਂ ਪੱਟਣਾ ਤੇ ਇੱਧਰ ਲਾਣਾ, ਬਸ ਹੋਰ ਕਿਆ। ਬਸ ਆਹ ਵਿਗਿਆਨ ਹੈ ਸਾਡਾ। ਇਹ ਵਿਗਿਆਨ ਜੇ ਘਰ ਘਰ ਪਹੁੰਚ ਗਿਆ ਨਾ ਜੀ ਤਾਂ ਤੁਸੀਂ ਸੱਚ ਜਾਣੋ, ਤਸਵੀਰ ਬਦਲ ਦਾਂਗੇ ਦੁਨੀਆ ਦੀ। ਇਹਦੇ ਅੱਗੇ ਮੂਹਰੇ ਕਾਟਨ ਲਾ ਕੇ ਤੇ ਅਸੀਂ ਕਿਸੇ ਵੀ ਜਗ੍ਹਾ ਤੇ ਜਿੱਥੇ ਉਂਗਲੀ ਵੀ ਨਹੀਂ ਸਾਡੀ ਪਹੁੰਚਦੀ ਉੱਥੇ ਸਫਾਈ ਕਰ ਸਕਦੇ। ਇਹ ਇੱਕ 6ਵੀਂ ਕਲਾਸ ਦੇ ਵਿਦਿਆਰਥੀ ਦਾ ਇਹ ਕਨਸੈਪਟ ਹੈ ਜਿਹੜਾ ਕਿ ਉਹ ਮੇਰੇ ਕੋਲ ਲੈ ਕੇ ਆਇਆ ਕਿ ਸਰ ਤੁਸੀਂ ਮੈਨੂੰ ਸਮਾਨ ਦਿਓ। ਤਾਂ ਮੈਨੂੰ ਤਾਂ ਸੁਭਾਸ਼ ਚੰਦਰ ਬੋਸ ਜੀ ਦੀ ਗੱਲ ਯਾਦ ਆ ਜਾਂਦੀ ਹੈ ਵੀ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ, ਮੈਂ ਤੁਹਾਨੂੰ ਪ੍ਰੋਜੈਕਟ ਦੇਵਾਂਗਾ। ਇਹ ਕਿਵੇਂ ਕੰਮ ਕਰ ਰਿਹਾ ਉਹ ਦੇਖੋ, 70-80 ਫੁੱਟ ਉੱਤੇ ਤੱਕ ਜਿਹੜੀ ਹੈ ਇਹ ਬੋਤਲ ਹੈ ਜਿਹੜੀ ਇੰਨੀ ਕੁ ਹਵਾ ਭਰਨ ਦੇ ਨਾਲ ਚਲੀ ਗਈ। ਤੇ ਜੇ ਕਿਤੇ ਅਸੀਂ ਪ੍ਰੈਸ਼ਰ ਬਹੁਤ ਜ਼ਿਆਦਾ ਕਰ ਦਈਏ ਤਾਂ ਬਹੁਤ ਜ਼ਿਆਦਾ ਉੱਚਾ ਲਿਜਾ ਸਕਦੇ ਹਾਂ। ਤਾਂ ਇਹ ਕਾਰਨਾਮੇ ਮੇਰੇ ਨਹੀਂ ਹੈਗੇ, ਇਹ ਵਿਗਿਆਨ ਦੇ ਕਾਰਨਾਮੇ, ਉਹਨਾਂ ਵਿਗਿਆਨੀਆਂ ਦੀਆਂ ਦੱਸੀਆਂ ਹੋਈਆਂ ਗੱਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਰਹਿਮਤ ਟੀਵੀ ਦੇ ਨਾਲ। ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕਲਿਆਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ। ਤੁਸੀਂ ਅਕਸਰ ਵੀਡੀਓਜ਼ ਬਹੁਤ ਦੇਖੇ ਹੋਣਗੇ। ਸਾਡੇ ਨਾਲ ਅੱਜ ਹੋਣਗੇ ਡਾਕਟਰ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਪੜ੍ਹਾਈ ਨੂੰ ਇੰਨਾ ਸੌਖਾ ਬਣਾ ਦਿੱਤਾ ਹੈ। ਪੜ੍ਹਾਈ ਦੇ ਵਿੱਚ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ। ਜੇ ਤੁਸੀਂ ਪੜ੍ਹਾਈ, ਕਿਉਂਕਿ ਅੱਜ ਦੀ ਜਿਹੜੀ ਵੀਡੀਓ ਆ ਨਾ ਉਹ ਸਪੈਸ਼ਲੀ ਸਟੂਡੈਂਟਾਂ ਵਾਸਤੇ, ਵਿਦਿਆਰਥੀਆਂ ਵਾਸਤੇ ਆ। ਕਿਉਂਕਿ ਬਹੁਤ ਕਹਿ ਦਿੰਦੇ ਨੇ ਯਾਰ ਮੇਰਾ ਨਾ ਪੜ੍ਹਾਈ ਦੇ ਵਿੱਚ ਨਹੀਂ ਚਿੱਤ ਲੱਗਦਾ, ਮੈਨੂੰ ਬੜੀ ਔਖੀ ਲੱਗਦੀ ਆ, ਮੈਂ ਕਿਤਾਬ ਫੜ ਕੇ ਬੈਠਦਾ ਮੈਨੂੰ ਤਾਂ ਨੀਂਦ ਆਉਣ ਲੱਗ ਜਾਂਦੀ ਆ। ਨੀਂਦ ਕਿਉਂ ਆਉਣ ਲੱਗ ਜਾਂਦੀ ਆ? ਕਿਉਂਕਿ ਆਪਾਂ ਦੇਖ ਲੈਂਦੇ ਕਿ ਕਿਸੇ ਚੀਜ਼ ਨੂੰ ਪੜ੍ਹਨਾ ਅਤੇ ਪ੍ਰੈਕਟੀਕਲ ਦੇ ਵਿੱਚ ਦੇਖਣਾ, ਫਿਰ ਉਹ ਯਾਦ ਵੀ ਰਹਿੰਦੀ ਆ। ਕਿਉਂਕਿ ਉਹ ਕਹਿੰਦੇ ਨਹੀਂ ਹੁੰਦੇ ਕਿ ਮੈਂ ਯਾਰ ਫਿਲਮ ਦੇਖਣ ਗਿਆ, ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਫਿਲਮ ਦੇਖੀ ਸੀ ਉਹ ਹੁਣ ਵੀ ਯਾਦ ਹੈ। ਉਹਦੀ ਪੂਰੀ ਕਹਾਣੀ ਐਂ ਤੋਤੇ ਵਾਂਗ ਰੱਟ ਦਿੰਦੇ ਨੇ। ਕਿਉਂ? ਬੁੱਕਸ ਦੇ ਵਿੱਚ ਪੜ੍ਹਿਆ ਹੋਇਆ, ਉਹ ਕਹਿੰਦੇ ਨੇ ਕਿ ਹਾਂ ਮੈਂ 5 ਮਿੰਟ ਪਹਿਲਾਂ ਪੜ੍ਹਿਆ ਸੀ, ਹੁਣ ਮੈਂ ਭੁੱਲ ਗਿਆ। ਇਹ ਚੀਜ਼ਾਂ ਦੇ ਵਿੱਚ ਵੀ ਬੜਾ ਫਰਕ ਹੋ ਜਾਂਦਾ ਹੈ। ਪ੍ਰੈਕਟੀਕਲ ਇੰਨਾ ਜ਼ਰੂਰੀ ਹੋ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਕਿ ਤੁਸੀਂ ਉਹਦੇ ਬਿਨਾਂ
ਬਸ ਇਹੀ ਲੱਗਦਾ ਕਿ ਯਾਰ ਇਹ ਬੜਾ ਬੋਰਿੰਗ ਕੰਮ ਆ। ਸਾਡੇ ਨਾਲ ਜਸਵਿੰਦਰ ਸਿੰਘ ਜੀ ਨੇ, ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਹੋਰ ਜਿਹੜੇ ਆਪਾਂ ਕਹਿੰਦੇ ਨੇ ਐਕਸਪੈਰੀਮੈਂਟ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਸਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਸਿਹਤਾਂ ਕਿਵੇਂ ਨੇ? ਸਤਿ ਸ੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ ਮਹਿਸੂਸ ਕਰ ਰਿਹਾ ਮੈਂ। ਬਹੁਤ ਬਹੁਤ ਧੰਨਵਾਦ ਤੁਸੀਂ ਆਏ। ਤੇ ਮੈਂ ਨਾ ਹੁਣ ਸ਼ੁਰੂਆਤ ਦੇ ਵਿੱਚ ਹੀ ਕਹਤਾ, ਕਿਤਾਬ ਫੜੀ ਟੇਬਲ ਤੇ ਬੈਠਾ, ਕਿਤਾਬ ਆਈ ਰਹਿੰਦੇ ਐਂ ਕਰਕੇ ਬੰਦਾ ਸੋ ਜਾਂਦਾ। ਇਹ ਕਿਉਂ ਇੰਨਾ ਕਿਤਾਬੀ ਕਿੰਨੀ ਕੁ ਜ਼ਰੂਰੀ ਹੁੰਦੀ ਆ? ਬੰਦਾ ਬਹੁਤ ਛੇਤੀ ਅੱਕ ਜਾਂਦਾ। ਦੇਖੋ ਹਰਿੰਦਰ ਜੀ, ਜਿਹੜੀ ਕਿਤਾਬ ਹੈ ਨਾ ਉਹ ਬਹੁਤ ਜ਼ਰੂਰੀ ਹੈ ਸਾਡੇ ਲਈ। ਕਿਤਾਬ ਨਾ ਹੋਵੇ ਤਾਂ ਮੇਰੇ ਖਿਆਲ ਤੇ ਫੇਰ ਸ਼ੁਰੂ ਤੋਂ ਕਰਨਾ ਪਊਗਾ ਸਾਰਾ ਗਿਆਨ ਸ਼ੁਰੂ। ਕਿਤਾਬ ਦੇ ਵਿੱਚ ਲਿਖ ਦਿੱਤਾ ਜਾਂਦਾ ਹੈ ਐਕਸਪਰਟਸ ਦੁਆਰਾ ਕਿ ਆਹ ਚੀਜ਼ ਇਸ ਤਰ੍ਹਾਂ ਸੀਗੀ, ਇਸ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਹੋਊਗੀ। ਪੂਰੇ ਤਿੰਨੋਂ ਸਮਿਆਂ ਦਾ ਜਿਹੜਾ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਜਾਂਦਾ ਹੈ ਤੇ ਉਹੀ ਜ਼ਿਕਰ ਨੂੰ ਅੱਗੇ ਅਸੀਂ ਲਿਜਾਣਾ ਤਾਂ ਉਸ ਤੋਂ ਅੱਗੇ ਚੱਲਣਾ। ਹਾਲੇ ਤਾਂ ਅਸੀਂ ਉਸੇ ਨੂੰ ਨਹੀਂ ਪੜ੍ਹਿਆ, ਅੱਗੇ ਤਾਂ ਚੱਲੀਏ ਨਾ ਜੇ ਉਹ ਪੜ੍ਹ ਲਿਆ ਹੋਵੇ। ਹੁਣ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਵੀ ਕਿਤਾਬ ਪੜ੍ਹਦੇ ਪੜ੍ਹਦੇ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਲਈ ਵੀ ਅਸੀਂ ਦਵਾਈ ਲੱਭ ਕੇ ਰੱਖੀ ਹੈ। ਤਾਂ ਉਹ ਦਵਾਈ ਬੜਾ ਸੌਖਾ ਜਿਹਾ ਨੁਸਖਾ ਹੈ ਵੀ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਨਾ ਤਾਂ ਉਹ ਪੜ੍ਹਾਉਣ ਦੇ ਨਾਲ ਨਾਲ ਪ੍ਰਯੋਗੀ ਤਰੀਕਿਆਂ ਨੂੰ ਅਪਣਾਵੇ, ਪ੍ਰਯੋਗੀ ਢੰਗਾਂ ਦੇ ਨਾਲ ਹੱਥੀਂ ਕਰਕੇ ਦਿਖਾਵੇ ਉਹਨਾਂ ਨੂੰ, ਜਿਸ ਨੂੰ ਅਸੀਂ ਕਹਿੰਦੇ ਆ ਨਾ ਵੀ ਜੇ ਹੈਂਡਸ ਔਨ ਤਾਂ ਮਾਈਂਡਸ ਔਨ। ਜੇ ਹੱਥ ਕੰਮ ਕਰ ਰਹੇ ਆ ਤਾਂ ਦਿਮਾਗ ਹੈ ਜਿਹੜਾ ਸਾਡਾ, ਜਿਹੜਾ ਚੇਤ ਮਨ ਹੈ, ਅਚੇਤ ਮਨ ਹੈ, ਉਹ ਜਾਗਦਾ ਵੀ ਹਾਂ ਅੱਛਾ ਹੁਣ ਅੱਗੇ ਕੀ ਹੋਊਗਾ। ਹੁਣ ਦੇਖੋ ਨਾ, ਤੁਸੀਂ ਪਿਕਚਰ ਦੀ ਗੱਲ ਕਰਦੇ ਹੋ ਤਾਂ ਪਿਕਚਰ ਦੇ ਵਿੱਚ ਕਿਉਂ ਅਸੀਂ ਬੜੇ ਮਤਲਬ ਕਿਊਰੀਅਸ ਰਹਿੰਦੇ ਆ ਵੀ ਨੈਕਸਟ ਸੀਨ ਕੀ ਹੋਊਗਾ, ਨੈਕਸਟ। ਹੁਣ ਜੇ ਕਲਾਸ ਦੇ ਵਿੱਚ ਵੀ ਇਹੀ ਰਹੂਗਾ ਵੀ ਹੁਣ ਨੈਕਸਟ ਕੀ ਹੋਣ ਵਾਲਾ ਹੈ, ਅਧਿਆਪਕ ਅਗਲਾ ਸਟੈਪ ਕੀ ਲੈਣ ਵਾਲਾ ਹੈ, ਇਸ ਕੈਲਕੂਲੇਸ਼ਨ ਤੋਂ ਬਾਅਦ ਅਗਲੀ ਕੈਲਕੂਲੇਸ਼ਨ ਕਿਵੇਂ ਆਊਗੀ, ਤਾਂ ਮੇਰੇ ਖਿਆਲ ਤੇ ਸਹਿਜੇ ਨੀਂਦ ਦਾ ਮਤਲਬ ਹੀ ਨਹੀਂ ਕੋਈ ਹੈ ਵੀ ਨੀਂਦ ਆ ਜੇ। ਤਾਂ ਹੁਣ ਤੁਸੀਂ ਇਹ ਦੇਖੋਗੇ ਕਿ ਇਸ ਵਿਗਿਆਨ ਦੇ ਵਿੱਚ ਜਿੰਨੇ ਵੀ ਕਮਾਲ ਹੋਏ ਹੈ ਉਹ ਕਮਾਲ ਸੱਚ ਦੇ ਆਧਾਰਿਤ ਹੈ, ਸੱਚਾਈ ਹੈ, ਪੂਰੀ ਨਿਰੀ ਪੂਰੀ ਸੱਚਾਈ ਹੈ। ਝੂਠ ਨਾਮ ਦਾ ਤਾਂ ਕੰਮ ਹੀ ਨਹੀਂ ਹੈ ਵਿਗਿਆਨ ਦੇ ਵਿੱਚ। ਤੋ ਇਸੇ ਕਰਕੇ ਸਾਨੂੰ ਚੰਗਾ ਲੱਗਦਾ। ਤੇ ਵਿਗਿਆਨ ਨੂੰ ਜਦ ਤੱਕ ਅਸੀਂ ਪ੍ਰੈਕਟੀਕਲੀ ਪ੍ਰਯੋਗੀ ਤਰੀਕਿਆਂ ਦੇ ਨਾਲ ਨਹੀਂ ਕਰਦੇ ਉਦੋਂ ਤੱਕ ਇਹ ਸਾਨੂੰ ਸਮਝ ਨਹੀਂ ਆਉਂਦੀ ਗੱਲ। ਤੋ ਇਸ ਕਰਕੇ ਕਿਤਾਬ ਦੇ ਨਾਲ ਨਾਲ ਜਿਹੜਾ ਪ੍ਰੈਕਟੀਕਲ ਹੈ ਉਹ ਬਹੁਤ ਜ਼ਰੂਰੀ ਹੈ। ਤੇ ਜੇ ਤੁਸੀਂ ਪ੍ਰੈਕਟੀਕਲ ਕਰ ਰਹੇ ਹੋ ਤਾਂ ਮੇਰੇ ਖਿਆਲ ਤੇ ਜੇ ਤੁਸੀਂ ਕੋਈ ਡਰਾਈਵ ਕਰ ਰਹੇ ਹੋ ਤਾਂ ਸ਼ਾਇਦ ਮੇਰੇ ਖਿਆਲ ਤੇ ਛੇਤੀ ਤੁਸੀਂ ਸੌਣ ਦੀ ਜਿਹੜੀ ਹੈ ਕੋਸ਼ਿਸ਼ ਨਹੀਂ ਕਰਦੇ ਹੋ, ਨਹੀਂ ਆਊਗੀ ਤੁਹਾਨੂੰ ਨੀਂਦ, ਕਿਉਂਕਿ ਤੁਸੀਂ ਉਸ ਦੇ ਵਿੱਚ ਖੁੱਭ ਜਾਂਦੇ ਹੋ। ਤੋ ਇਸ ਕਰਕੇ ਇਹ ਜਿਹੜੇ ਤੁਹਾਨੂੰ ਅੱਜ ਅਸੀਂ ਪ੍ਰਯੋਗ ਦਿਖਾਵਾਂਗੇ ਨਾ, ਉਹਨਾਂ ਪ੍ਰਯੋਗਾਂ ਦੇ ਵਿੱਚ ਛੋਟੇ ਖਿਡੌਣਿਆਂ ਤੋਂ ਸ਼ੁਰੂ ਕਰਾਂਗੇ ਅਸੀਂ। ਵਿਗਿਆਨ ਹੈ ਜਿਹੜਾ, ਇਹ ਨਾ ਸਮਝੋ ਵਿਗਿਆਨ ਕਣ ਕਣ ਦੇ ਵਿੱਚ ਵਿਗਿਆਨ ਹੈ। ਹੁਣ ਇਹਨਾਂ ਖਿਡੌਣਿਆਂ ਦੇ ਵਿੱਚ ਆਹ ਛੋਟੇ ਹੁੰਦੇ ਤੁਹਾਨੂੰ ਵੀ ਯਾਦ ਹੋਊਗਾ ਰਿੰਦਰ ਜੀ, ਮੈਂ ਤਾਂ ਕਹਿੰਦਾ ਦੀਆਂ ਬੋਤਲਾਂ ਕੁੱਟ ਕੇ ਜ਼ੀਰੋ ਬਣਾ ਦਿੰਦਾ। ਹਾਂ ਬਸ 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 ਇਹ ਉਹੀ ਚੀਜ਼ ਹੈ। ਇਹ ਦੇਖੋ ਤੁਸੀਂ ਇਹਦੇ ਵਿੱਚ ਹੁਣ ਆਹ ਜਿਹੜਾ ਹੁਣ ਚੱਲ ਰਿਹਾ ਹੈ, ਇਹ ਧਾਗਾ ਖਿੱਚਦਾ ਮੈਂ, ਖਿੱਚ ਪੈ ਰਹੀ ਹੈ, ਫਿਰ ਉਹ ਚੱਲ ਰਿਹਾ, ਚੱਕਰ ਚੱਲ ਰਿਹਾ, ਇਹਦੇ ਆਲੇ ਦੁਆਲੇ ਧਾਗੇ ਦੇ ਵਿੱਚ ਦੇਖੋ ਕੀ ਬਣ ਰਿਹਾ। ਹਾਂ ਇਹ ਜਿਹੜੀ ਚੀਜ਼ ਹੈ ਨਾ, ਆਹ ਚੀਜ਼ ਨੋਟ ਕਰਨ ਵਾਲੀ ਹੈ। ਇਹ ਵੱਡੀਆਂ ਜਮਾਤਾਂ ਦੀ ਵੱਡੀ ਪੜ੍ਹਾਈ ਹੈ ਵਿਗਿਆਨ ਦੀ, ਬਸ ਦੇਖਣ ਨੂੰ ਖਿਡੌਣਾ ਹੈ, ਪਰ ਇਸ ਦੇ ਵਿੱਚੋਂ ਜਿੱਥੇ ਇਹ ਚੀਜ਼ ਘੁੰਮ ਰਹੀ ਹੈ ਉੱਥੇ ਆਵਾਜ਼ ਵੀ ਪੈਦਾ ਹੋ ਰਹੀ ਹੈ, ਔਰ ਜਿੰਨਾ ਇਸ ਨੂੰ ਤੇਜ਼ ਘੁਮਾਵਾਂਗੇ ਉਨੀ ਆਵਾਜ਼ ਜ਼ਿਆਦਾ। ਇਸ ਨੂੰ ਕਹਿੰਦੇ ਆ ਵੀ ਕਿਵੇਂ ਵਾਈਬ੍ਰੇਸ਼ਨਸ ਪੈਦਾ ਹੋਈਆਂ, ਕਿਵੇਂ ਕੰਪਨ ਪੈਦਾ ਹੋਏ। ਉਹ ਜਿਹੜੀਆਂ ਵਾਈਬ੍ਰੇਸ਼ਨਸ ਹੈ ਉਹ 1 ਸੈਕਿੰਡ ਦੇ ਵਿੱਚ ਕਿੰਨੀਆਂ ਆਉਂਦੀਆਂ ਸਾਡੇ ਕੋਲ, ਇਹ ਮੈਟਰ ਕਰਦੀ ਹੈ ਚੀਜ਼। 1 ਸੈਕਿੰਡ ਦੇ ਵਿੱਚ ਕਿੰਨੀਆਂ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ। ਹੁਣ ਉਹ ਵਾਈਬ੍ਰੇਸ਼ਨਸ ਪੈਦਾ ਕਰਨ ਦੇ ਲਈ ਸਾਡੇ ਕੋਲ ਢੰਗ ਤਰੀਕਾ ਹੈ ਕਿ ਤੁਸੀਂ ਦੇਖ ਰਹੇ ਸੀਗੇ ਕਿ ਰਸਤੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਧਾਗਾ ਜਿਹੜਾ ਫੈਲ ਰਿਹਾ ਤੇ ਕਿਨਾਰਿਆਂ ਦੇ ਉੱਤੇ ਜਿਹੜਾ ਇਹ ਸੁੰਗੜ ਰਿਹਾ, ਕਿਤੇ ਸੁੰਗੜ ਰਿਹਾ, ਕਿਤੇ ਫੈਲ ਰਿਹਾ ਧਾਗਾ। ਤੁਸੀਂ ਇਹ ਦੇਖ ਰਹੇ ਹੋ ਨਾ। ਤਾਂ ਅਸੀਂ ਇਸ ਨੂੰ ਪਰਿਭਾਸ਼ਿਤ ਕਰਦੇ ਹਾਂ ਵਿਗਿਆਨ ਦੇ ਵਿੱਚ ਨੋਡ ਤੇ ਐਂਟੀ ਨੋਡ। ਆਹ ਜਿਹੜੇ ਸਿਰੇ ਹੈ ਜਿੱਥੇ ਧਾਗਾ ਜਾ ਕੇ ਮਤਲਬ ਇਕੱਠਾ ਹੋਇਆ, ਗੱਠ ਬਣ ਗਈ, ਇੱਕ ਕਿਨਾਰਾ ਬਣ ਗਿਆ, ਉਸ ਨੂੰ ਅਸੀਂ ਨੋਡ ਕਹਿੰਦੇ ਆ। ਤੇ ਜਿੱਥੇ ਇਹ ਫੈਲ ਰਿਹਾ ਸੀਗਾ ਉਹ ਐਂਟੀ ਨੋਡ ਹੈ। ਜਦੋਂ ਨੋਡ ਤੇ ਐਂਟੀ ਨੋਡ ਦੀ ਫਾਰਮੇਸ਼ਨ ਹੁੰਦੀ ਹੈ ਤਾਂ ਵਾਈਬ੍ਰੇਸ਼ਨਸ ਦੇ ਨਾਲ ਹੁੰਦੀ ਹੈ, ਔਰ ਵਾਈਬ੍ਰੇਸ਼ਨਸ ਪੈਦਾ ਹੋਣ ਦੇ ਨਾਲ ਜਿਹੜੀ ਸਾਊਂਡ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਤਾਂ ਤੁਸੀਂ ਦੇਖਿਆ ਹੋਣਾ ਵੀ ਇੱਕ ਵਾਰੀ ਮੈਂ ਦੇਖੀ ਸੀ ਇੱਕ ਵੀਡੀਓ, ਬਾਬਾ ਗੁਰਪ੍ਰੀਤ ਸਿੰਘ ਸੀ ਜਿਹੜਾ ਉਹ ਦਿਖਾ ਰਿਹਾ ਸੀਗਾ, ਉੱਥੇ ਲੋਕਾਂ ਨੂੰ ਭਰਮਾ ਰਿਹਾ ਸੀਗਾ ਵੀ ਮੈਂ ਇਹਦੇ ਵਿੱਚੋਂ ਆਵਾਜ਼ ਕੱਢ ਦੂੰ। ਉਹ ਬਾਬਾ ਜੀ ਨੇ ਤਾਂ ਆਵਾਜ਼ ਕੱਢੀ ਸੀ, ਅਸੀਂ ਕੱਢ ਦਿੰਦੇ ਹਾਂ ਇਹਦੇ 'ਚੋਂ ਆਵਾਜ਼। ਲਓ ਗੱਲ ਕੀ ਹੈ। ਹੁਣ ਗੱਲ ਕੀ ਹੈ ਵੀ ਜਿਹਨੇ ਉਹ ਖਿਡੌਣਾ ਦੇਖ ਲਿਆ ਮੇਰਾ ਵੀ ਇਹ ਕੰਮ ਕਿਵੇਂ ਕਰਦਾ ਸੀ। ਬਿਲਕੁਲ ਕਿਉਂਕਿ ਇਸ ਖਿਡੌਣੇ ਨੂੰ ਜਦੋਂ ਮੈਂ ਕੰਮ ਲੈ ਰਿਹਾ ਸੀ ਤਾਂ ਤੁਸੀਂ ਦੇਖਿਆ ਹੋਣਾ ਵੀ ਆਹ ਜਿਹੜਾ ਚੱਕਰ ਹੈ ਵਿੱਚ ਘੁੰਮ ਰਿਹਾ, ਇਹ ਵਿਚਾਲੇ ਰੱਖਿਆ ਬਿਲਕੁਲ ਬਰਾਬਰ। ਇਸੇ ਤਰ੍ਹਾਂ ਹੀ ਮੈਂ ਇਸ ਨੂੰ ਆਪਣੀ ਉਂਗਲੀ ਤੇ ਬਰਾਬਰ ਰੱਖ ਲੈਣਾ। ਬਸ ਆ ਇੰਨਾ ਕੁ ਕਰਾਮਾਤ ਹੈ ਬਾਬੇ ਦੀ, ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ। ਆਹ ਦੇਖੋ, ਇਸ ਨੂੰ ਬਰਾਬਰ ਕਰਕੇ ਇੱਥੋਂ ਮੈਂ ਪਕੜ ਲੈਣਾ। ਹੁਣ ਇੱਥੋਂ ਪਕੜਨ ਤੋਂ ਬਾਅਦ ਇਸ ਦੇ ਵਿੱਚ ਮੈਂ ਰਗੜ ਪੈਦਾ ਕਰਨੀ ਹੈ, ਫ੍ਰਿਕਸ਼ਨ ਪੈਦਾ ਕਰਨੀ ਹੈ। ਹੁਣ ਉਹ ਫ੍ਰਿਕਸ਼ਨ ਹੈ ਜਿਹੜੀ ਉਹ ਸਾਨੂੰ ਪੈਦਾ ਕਰਨ ਦੇ ਲਈ ਮਤਲਬ ਖੁਰਦਰਾਪਣ ਜਿਹਨੂੰ ਕਹਿੰਦੇ ਤਾਂ ਉਹ, ਹਾਂ, ਤਾਂ ਉਸ ਦੇ ਲਈ ਅਸੀਂ ਇਹ ਸੁੱਕਿਆ ਹੋਇਆ ਜਿਹੜਾ ਸਾਬਣ ਹੈ ਉਹ ਯੂਜ਼ ਕਰਦੇ ਹਾਂ। ਅੱਛਾ, ਇਹ ਬਾਬਾ ਜੀ ਨੇ ਆਪਣੇ ਹੱਥ ਤੇ ਪਹਿਲਾਂ ਲਾਇਆ ਹੋਇਆ ਸੀ।
ਅੱਛਾ ਉਹ ਤਾਂ ਫਿਰ ਉਹ ਲੋਕੀ ਕਹੀ ਗਏ ਕਿ ਆ ਕੀ ਹੋ ਗਿਆ। ਵੀ ਉਹ ਕਹੀ ਗਏ ਵੀ ਵਾਹ ਆਵਾਜ਼ ਆ ਗਈ ਓਏ, ਆਵਾਜ਼ ਆ ਗਈ, ਆਵਾਜ਼ ਆ ਗਈ। ਆਵਾਜ਼ ਕਿੱਥੋਂ ਆ ਗਈ ਓਏ? ਉਹ ਅਸਲ ਦੇ ਵਿੱਚ ਆਵਾਜ਼ ਹੈ ਜਿਹੜੀ ਉਹ ਇਹੀ ਸੀਗੀ। ਨਹੀਂ ਤਾਂ ਅਗਲੇ ਕਹਿਣਗੇ ਲੈ ਵੀ ਭੂਤ ਬੈਠਾ ਹੀ ਹੋਏ ਜੇ ਭੱਜ ਲਓ ਇੱਧਰ ਨੂੰ। ਹਾਂ, ਉਹ ਅਸਲ ਦੇ ਵਿੱਚ ਇਹ ਜਿਹੜੀ ਐਲੂਮੀਨੀਅਮ ਦੀ ਰੋਡ ਹੈ, ਤੁਸੀਂ ਦੇਖ ਰਹੇ ਹੋ ਕਲੋਜ਼ਡ ਐਂਡ ਐਲੂਮੀਨੀਅਮ ਰੋਡ ਹੈ। ਇਸ ਨੂੰ ਅਸੀਂ ਜਦੋਂ ਸੈਂਟਰ 'ਚੋਂ ਪਕੜਦੇ ਹਾਂ, ਸੈਂਟਰ 'ਚੋਂ ਪਕੜਨ ਦੇ ਨਾਲ ਇਹਦੇ ਵਿੱਚ ਨੋਡ ਸਿਰਿਆਂ ਤੇ ਇੱਥੇ ਵਾਈਬ੍ਰੇਸ਼ਨਸ ਦੇ ਨਾਲ ਐਂਟੀ ਨੋਡ ਜਿਵੇਂ ਉਸ ਖਿਡੌਣੇ ਦੇ ਵਿੱਚ ਬਣ ਰਹੇ ਸੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਇਸ ਦੇ ਵਿੱਚ ਰਗੜ ਦੇ ਨਾਲ ਵਾਈਬ੍ਰੇਸ਼ਨਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਦੇ ਵਿੱਚੋਂ ਜਿਹੜੀ ਸਾਊਂਡ ਹੈ ਉਹ ਪ੍ਰੋਡਿਊਸ ਹੋ ਜਾਂਦੀ। ਹਾਂ, ਪਰ ਇੱਥੇ ਜੇ ਹੁਣ ਤੁਸੀਂ ਕਹੋ ਜੀ ਇਹਨੂੰ ਇੱਥੋਂ ਪਕੜ ਕੇ ਮੈਂ ਸਾਊਂਡ ਪ੍ਰੋਡਿਊਸ, ਨਾ 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 ਨਾ, ਕਦੇ ਵੀ ਨਹੀਂ ਹੋਊਗੀ, ਕਿਸੇ ਪਾਸੋਂ ਵੀ ਨਹੀਂ ਹੋਊਗੀ। ਇਹ ਸੈਂਟਰ ਹੈ। ਇਹ ਸੈਂਟਰ, ਇਸੇ ਲਈ ਉਸ ਨੂੰ ਸੈਂਟਰ 'ਚ ਰੱਖਣਾ ਜ਼ਰੂਰੀ ਹੈ। ਬਸ ਇਹਦੇ ਪਿੱਛੇ ਇਹਦਾ ਵਿਗਿਆਨ ਹੈ। ਜੇ ਇਸ ਵਿਗਿਆਨ ਨੂੰ ਅਸੀਂ ਸਿੱਖ ਲਿਆ ਤਾਂ ਅਸੀਂ ਸਹਿਜੇ ਹੀ ਮਤਲਬ ਸੱਚਾਈ ਤੱਕ ਪਹੁੰਚ ਗਏ। ਜੇ ਸੱਚਾਈ ਤੱਕ ਪਹੁੰਚ ਗਏ, ਸਾਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਵਿਗਿਆਨਿਕ ਸੱਚਾਈ ਹੈ ਨਾ। ਤਾਂ ਸੱਚਾਈ ਤੋਂ ਪਰੇ ਤਾਂ ਕੁਝ ਵੀ ਨਹੀਂ ਹੈ। ਸੱਚਾਈ ਤੋਂ ਅੱਗੇ ਤਾਂ ਬਸ ਸੱਚ ਹੀ ਸੱਚ। ਇਹ ਸੱਚ ਨੂੰ ਲੱਭਣ ਦੇ ਲਈ ਜਿਹੜਾ ਸਾਡਾ ਵਿਗਿਆਨ ਹੈ ਹਮੇਸ਼ਾ ਹੀ ਯਤਨਸ਼ੀਲ ਹੈ ਤੇ ਯਤਨਸ਼ੀਲ ਰਹੂਗਾ। ਔਰ ਜਿੰਨੀਆਂ ਗੱਲਾਂ ਗੁੱਝੇ ਭੇਦ ਹੈ ਸਾਰੇ ਵਿਗਿਆਨ ਨਹੀਂ ਲੱਭ ਕੇ ਦਿੱਤੇ ਤੇ ਵਿਗਿਆਨ ਨਹੀਂ ਲੱਭ ਕੇ ਦੇਣੇ, ਯਾਦ ਰੱਖਿਓ ਮੇਰੀ ਗੱਲ। ਹੁਣ ਤੁਹਾਨੂੰ ਪੜ੍ਹਾਉਂਦੇ ਹੋ ਨਹੀਂ ਬੜਾ ਸਮਾਂ ਹੋ ਗਿਆ ਹੈ ਜੀ, ਕਿੰਨਾ ਕਿ ਇੰਟਰਸਟ ਲੈਣ ਲੱਗ ਗਿਆ ਜਵਾਕ? ਹੁਣ ਬੱਚਾ ਲੈਂਦਾ ਪੂਰਾ ਇੰਟਰਸਟ? ਹਾਂ, ਵਿਦਿਆਰਥੀ ਹੈ ਜਿਹੜੇ, ਤੁਸੀਂ ਇਹ ਦੇਖੋ ਵੀ ਛੁੱਟੀ ਹੋਣ ਤੇ ਵੀ ਮਤਲਬ ਜਾਣਾ ਨਹੀਂ ਚਾਹੁੰਦੇ ਘਰ। ਫਿਰ ਅਗਲੇ ਦਿਨ ਆ ਕੇ ਜੇ ਮੈਂ ਨਾ ਆਵਾਂ ਫਿਰ ਸਰ ਤੁਸੀਂ ਆਏ ਕਿਉਂ ਨਹੀਂ ਜੀ, ਤੁਸੀਂ ਨਾ ਜਾਓ ਜੀ, ਸਾਡਾ ਜੀ ਨਹੀਂ ਲੱਗਦਾ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਤਾਂ ਪੈਦਾ ਹੁੰਦੀਆਂ ਜੇ ਉਹਨਾਂ ਨੂੰ ਹਰ ਰੋਜ਼ ਅਸੀਂ ਨਵੇਂ ਕਨਸੈਪਟ ਦਿਆਂਗੇ। ਨਵੇਂ ਕਨਸੈਪਟ ਕਿੱਥੋਂ ਲਿਆਵਾਂਗੇ? ਕਿਤਾਬਾਂ ਪੜ੍ਹਾਂਗੇ। ਕਿਤਾਬਾਂ ਪੜ੍ਹਾਂਗੇ, ਉਹਨਾਂ ਦੇ ਵਿੱਚ ਬਹੁਤ ਕੁਝ ਲਿਖਿਆ ਪਿਆ, ਉਹਨਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ। ਦੇਖੋ ਸਿੰਪਲ ਜੀਆਂ ਗੱਲਾਂ ਸਾਡੇ ਕੋਲ ਤਾਂ ਆਹ ਦੇਖੋ, ਆਹ ਇੱਕ ਮਾਚਿਸ ਹੈ। ਇਸ ਮਾਚਿਸ ਦੇ ਵਿੱਚ ਆਹ 2 ਧਾਗੇ ਮੈਂ ਪਰੋਲੇ। ਆਹ ਪ੍ਰਭਦੀਪ ਇੱਧਰ ਆ ਬੇਟੇ, ਇਸ ਨੂੰ ਪਕੜ ਇੱਥੋਂ। ਆਹ ਦੇਖੋ ਜੀ, ਇੱਕ ਉੱਪਰ ਰੰਗ ਹੈ, ਇੱਕ ਥੱਲੇ ਰੰਗ ਹੈ। 3 ਉਂਗਲਾਂ ਪਾ ਲੈ ਇਹਦੇ 'ਚ, 3 ਉਂਗਲਾਂ ਪਾ ਲੈ। ਹਾਂ, ਪਾ ਲਿਆ, ਥੋੜ੍ਹੀ ਜਿਹੀ ਵਿੱਥ ਬਣ ਜੇ ਮਤਲਬ। ਤਾਂ ਤੁਸੀਂ ਦੇਖ ਰਹੇ ਹੋ ਵੀ ਉੱਪਰ ਰੰਗ ਫਿੱਕਾ, ਥੱਲੇ ਗੂੜਾ। ਹਾਂ, ਉੱਪਰ ਚਿੱਟਾ ਹੈ ਤੇ ਨੀਚੇ। ਹਾਂ, ਤਾਂ ਆਪਾਂ ਨੇ ਕੀ ਕਰਨਾ ਹੈ? ਤੁਸੀਂ ਦੇਖੋ ਵੀ ਇਸ ਨੂੰ ਘੁਮਾਉਣਾ ਹੈ, ਰੰਗ ਬਦਲ ਦੇਣੇ ਇਹਨੇ। ਲੈ ਆ ਲਓ, ਚੱਕੋ। ਮੈਂ ਇੱਕ ਗੱਲ ਕਹਾਂ, ਹਾਂ, ਹੁਣ ਜੇ ਇਹ ਕਿਸੇ ਮੇਰੇ ਐ ਪਾ ਕੇ ਕੋਈ ਚਾਦਰਾ ਮਾਦਰਾ ਬੈਠਾ ਹੁੰਦਾ ਤੇ ਪਾ ਕੇ ਮਾਲਾ ਬੈਠਾ, ਅਗਲੇ ਨੇ ਕਹਿਣਾ ਲੈ ਓਏ ਜਾਦੂ ਕਰਤਾ ਜੀ। ਹਾਂ, ਉਹ ਇਹ ਬਸ ਇਹ ਵਿਗਿਆਨ ਦੀਆਂ ਚੀਜ਼ਾਂ ਨੂੰ ਜਾਦੂ 'ਚ ਕਨਵਰਟ ਕਰੀ ਜਾਂਦੇ ਆ, ਜਿਹਦੇ ਲਈ ਭੁਲੇਖੇ ਪਾਈ ਜਾਂਦੇ। ਪਰ ਅਸੀਂ ਇੱਥੇ ਭੁਲੇਖਿਆਂ ਨੂੰ ਦੂਰ ਕਰਨ ਦੇ ਲਈ ਖੜੇ ਹਾਂ ਤੁਹਾਡੇ ਕੋਲ। ਤੁਸੀਂ ਆਓ, ਭੁਲੇਖਿਆਂ ਨੂੰ ਦੂਰ ਕਰੋ। ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਇਸ ਦੇ ਵਿੱਚ ਕਿਵੇਂ ਬਣਾਇਆ ਤੁਹਾਨੂੰ ਦੱਸਿਆ ਜਾਊਗਾ ਬਾਕਾਇਦਾ ਤੌਰ ਦੇ ਉੱਤੇ ਕਿ ਆਹ ਦੇਖੋ ਜੀ, ਆਹ ਇਹਦਾ ਰਾਜ। ਇਹਦੇ ਵਿੱਚ ਅਸੀਂ ਕ੍ਰਾਸ ਕੀਤਾ ਹੋਇਆ। ਬਸ ਇਸ ਕ੍ਰਾਸ ਦੇ ਨਾਲ ਧਾਗਾ ਜਿਹੜਾ ਉਹ ਬਦਲ ਲੈਂਦਾ ਆਪਣਾ ਰੰਗ। ਮਤਲਬ ਇਹ ਕੋਈ ਡਾਈਂਗ ਮਸ਼ੀਨ ਨਹੀਂ ਹੈ ਵੀ ਕੋਈ ਡਾਈ ਕਰਤਾ ਨਾਲ ਦੀ ਨਾਲ ਧਾਗਾ ਮੈਂ ਫਿੱਕੇ ਨੂੰ ਗੂੜਾ ਕਰਤਾ ਤੇ ਹਾਂ, ਨਾ 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 ਨਾ। ਬਸ ਇਹ ਕੀ ਹੈ ਕਿ ਉਹ ਕ੍ਰਾਸ ਲੱਗੇ ਕਰਕੇ ਉਹ ਕ੍ਰਾਸ ਡੱਬੀ ਦੇ ਵਿੱਚ ਆ ਗਿਆ। ਕ੍ਰਾਸ ਨਜ਼ਰ ਨਹੀਂ ਆ ਰਿਹਾ ਸਾਨੂੰ, ਤੇ ਉਹ ਜਦੋਂ ਡੱਬੀ ਉੱਧਰ ਜਾਂਦੀ ਹੈ ਤਾਂ ਉਹ ਉੱਪਰ ਚਲਾ ਜਾਂਦਾ, ਕਿਉਂਕਿ ਕ੍ਰਾਸ ਹੈ ਜਿਹੜਾ ਉਹ ਸਾਨੂੰ ਹੇਠਾਂ ਤੋਂ ਉੱਪਰ ਲਿਜਾਣ ਦਾ ਕੰਮ ਕਰਦਾ। ਤਾਂ ਤੁਸੀਂ ਇਹ ਦੇਖ ਰਹੇ ਹੋ, ਇਸ ਤਰ੍ਹਾਂ ਦੀਆਂ ਇਹ ਛੋਟੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਬੜੀ ਛੋਟੀ ਜਿਹੀ ਚੀਜ਼ ਹੈ ਜੀ। ਮਾਚਿਸ ਮੇਰੇ ਘਰੇ ਹੈ, ਧਾਗਾ ਮੇਰੇ ਘਰੇ ਹੈ, ਮੈਂ ਬਣਾ ਲੂੰਗਾ। ਪਰ ਇਸ ਕਨਸੈਪਟ ਨੂੰ ਅੱਜ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਵਰਤਿਆ ਜਾ ਰਿਹਾ। ਕਿਵੇਂ ਵਰਤਦੇ ਆ? ਉਹ ਕਲਰ ਆਇਡੈਂਟੀਫਿਕੇਸ਼ਨ ਦੇ ਲਈ ਵਰਤ ਰਹੇ ਆ ਇਸ ਚੀਜ਼ ਨੂੰ। ਔਰ ਉਹਨਾਂ ਨੇ ਜਦੋਂ ਮੇਰੇ ਤੋਂ ਕਨਸੈਪਟ ਲਿਆ, ਕਹਿੰਦੇ ਸਰ ਇਹ ਕਨਸੈਪਟ ਅਸੀਂ ਯੂਜ਼ ਕਰੀ। ਮੈਂ ਜ਼ਰੂਰ ਯੂਜ਼ ਕਰੋ। ਮੈਂ ਕਿਹਾ ਮੈਨੂੰ ਦੱਸਿਓ ਵੀ ਯੂਜ਼ ਕਿੱਥੇ ਕੀਤਾ। ਫਿਰ ਕਹਿੰਦੇ ਜੀ ਕਲਰ ਦੀ ਆਇਡੈਂਟੀਫਿਕੇਸ਼ਨ ਕਰਾਉਣ ਲਈ ਅਸੀਂ ਬੱਚੇ ਨੂੰ ਪੁੱਛਦੇ ਹਾਂ ਵੀ ਦਿਸ ਇਜ਼ ਅ ਪਿੰਕ ਕਲਰ, ਦਿਸ ਇਜ਼ ਅ ਬਰਾਊਨ ਕਲਰ। ਤਾਂ ਉਹਨੂੰ ਪਤਾ ਲੱਗਣ ਲੱਗ ਗਿਆ, ਇੱਕ ਖਿਡੌਣਾ ਬਣ ਗਿਆ। ਵਿਗਿਆਨ ਦੀ ਜਿਹੜਾ ਇੱਕ ਵਿਗਿਆਨਿਕ ਖਿਡੌਣਾ ਦਾ ਉਹਨੂੰ ਗਿਆਨ ਵੀ ਹੋ ਗਿਆ ਜੀ। ਮਤਲਬ ਵੀ 5 ਸਾਲ ਦੇ ਬੱਚੇ ਨੂੰ ਇਹ ਗਿਆਨ ਹੋ ਗਿਆ ਵੀ ਇਹਦੇ ਵਿੱਚ ਕ੍ਰਾਸ ਦੇ ਨਾਲ ਹੈ ਸਾਰਾ ਕੁਝ, ਕੋਈ ਜਾਦੂ ਨਹੀਂ ਹੈ। ਤਾਂ ਉਹ ਕਦੋਂ ਜ਼ਿੰਦਗੀ ਦੇ ਵਿੱਚ ਭੁਲੇਖਾ ਖਾਊਗਾ? ਨਹੀਂ ਖਾਊਗਾ। ਤਾਂ ਇਸ ਕਰਕੇ ਸੱਚਾਈ ਤੱਕ ਪਹੁੰਚਾਉਣਾ ਵਿਗਿਆਨ ਦਾ ਕੰਮ ਹੈ। ਆਓ ਰਲ ਮਿਲ ਕੇ ਆਪਾਂ ਵਿਗਿਆਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ। ਆਓ ਤਾਂ ਸਹੀ ਤੁਸੀਂ ਸਾਡੇ ਕੋਲ, ਅਸੀਂ ਤੁਹਾਨੂੰ ਪੂਰੇ ਖੋਲ ਕੇ ਸਮਝਾ ਰਹੇ ਹਾਂ ਇਹਨਾਂ ਚੀਜ਼ਾਂ ਦੇ ਬਾਰੇ ਵੀ ਇਹ ਚੀਜ਼ਾਂ ਕੰਮ ਕਿਵੇਂ ਕਰਦੀਆਂ। ਹੁਣ ਜਿਵੇਂ ਮੈਂ ਇੱਕ ਹੋਰ ਚੀਜ਼ ਦੇਖ ਪਾ ਰਿਹਾ ਕਿ ਆਹ ਡਿਸਕ ਹੈ, ਇਹ ਕੀ ਚੀਜ਼ ਹੈ ਜੀ? ਫਿਰ ਹਾਂ ਦੇਖੋ, ਆਹ ਜਿਹੜੀ ਡਿਸਕ ਹੈ ਨਾ ਜੀ, ਆਹ ਤੁਸੀਂ ਦੇਖ ਰਹੇ ਹੋ ਵੀ ਇੱਕ ਯੂਜ਼ਡ CD ਹੈ ਸਾਡੀ, ਉਸ ਦੇ ਉੱਤੇ ਮੈਂ ਚੁੰਬਕ ਲਾਏ ਆ ਬਸ। ਹਾਂ, ਇਹ ਕਾਹਦੇ ਵਾਸਤੇ? ਇਹ ਚੁੰਬਕ ਜਿਹੜੇ ਹੈ ਇਹ ਤਾਂ ਜੇ ਤਾਂ ਅਸੀਂ ਇਸ ਤਰ੍ਹਾਂ ਰੱਖ ਦਈਏ ਤਾਂ ਹੁਣ ਇਹਨਾਂ ਨੇ ਹੇਠਲੇ ਚੁੰਬਕਾਂ ਨੇ ਉੱਪਰਲੇ ਚੁੰਬਕਾਂ ਨੂੰ ਖਿੱਚ ਲਿਆ। ਹੁਣ ਇਹ ਇਸ ਨੂੰ ਅੱਗੇ ਚੱਲਣ ਨਹੀਂ ਦੇ ਰਹੇ ਹੈ। ਪਰ ਚੁੰਬਕ ਦੇ 2 ਧਰੁਵ ਹੁੰਦੇ ਆ, ਇੱਕ ਉੱਤਰ ਧਰੁਵ ਹੁੰਦਾ, ਇੱਕ ਦੱਖਣੀ ਧਰੁਵ ਹੁੰਦਾ। ਇਸੇ ਤਰ੍ਹਾਂ ਹੀ ਸਾਡਾ ਉੱਪਰਲਾ ਉੱਤਰ ਕਿਹਾ ਜਾਂਦਾ, ਹੇਠਲਾ ਦੱਖਣ ਕਿਹਾ ਜਾਂਦਾ। ਇਸ ਤਰ੍ਹਾਂ ਹੀ ਨਕਸ਼ੇ ਦੇ ਵਿੱਚ ਉੱਪਰ ਉੱਤਰ ਹੈ, ਨੀਚੇ ਦੱਖਣ ਹੈ।
ਦੈਂ ਦੇ ਦੱਖਣ ਵੱਲ ਮੈਂ ਜਾ ਕੇ ਆਇਆ ਹੁਣੇ ਤਾਮਿਲਨਾਡੂ, ਕਹਿੰਦੇ ਜੰਮੂ ਕਸ਼ਮੀਰ ਉੱਤਰ 'ਚ ਹੈ, ਪੰਜਾਬ ਉੱਤਰ 'ਚ ਹੈ। ਮਤਲਬ ਇਹ ਉੱਤਰ ਦੱਖਣ ਦਾ ਖੇਲ ਹੈ ਸਾਰਾ। ਤਾਂ ਹੁਣ ਇਹ ਉੱਤਰ ਦੱਖਣ ਦੇ ਜੇ ਉਲਟਾ ਦਈਏ ਅਸੀਂ ਤਾਂ ਤੁਸੀਂ ਦੇਖੋ ਵੀ ਹੁਣ ਇਹਦੇ 'ਚ ਵਿੱਥ ਬਣ ਗਈ ਹੋਈ ਹੈ। ਤਾਂ ਇਹ ਸਾਡਾ ਟ੍ਰੇਨ ਦਾ ਕਨਸੈਪਟ ਹੈ, ਜਿਹੜੀ ਮੈਗਲੇਵ ਟ੍ਰੇਨ ਹੈ। ਮੈਗਲੇਵ ਟ੍ਰੇਨ ਹੈ, ਮੈਗਨੈਟਿਕ ਲੈਵੀਟੇਸ਼ਨ ਕਿਹਾ ਜਾਂਦਾ ਇਸ ਨੂੰ, ਵੀ ਮੈਗਨੇਟ ਦੇ ਉਲਟ ਪ੍ਰਭਾਵਾਂ ਦੇ ਨਾਲ ਇਹ ਜਿਹੜੀ ਚੱਲਣ ਵਾਲੀ ਗੱਡੀ ਹੈ। ਹੁਣ ਦੇਖੋ ਉਹੀ ਸੀਡੀ ਹੈ ਜਿਹੜੀ ਇਸ ਦੇ ਉੱਪਰ ਮੂਵ ਕਰ ਰਹੀ ਹੈ, ਤੁਸੀਂ ਦੇਖ ਰਹੇ ਹੋ। ਕਿਉਂ ਮੂਵ ਕਰ ਰਹੀ ਹੈ? ਕਿਉਂਕਿ ਹੇਠਲਾ ਮੈਗਨੇਟ ਉੱਪਰਲੇ ਇਹਨੂੰ ਰਿਪੈਲ ਕਰ ਰਿਹਾ ਹੈ। ਜਰਾ ਜਿੰਨੀ ਕੁ ਮੈਂ ਉਹਨੂੰ ਰਿਪਲਸ਼ਨ ਦਿੱਤੀ ਹੈ, ਉਸ ਤੋਂ ਬਾਅਦ ਉਹ ਆਪਣੇ ਆਪ ਹੀ ਜਿਹੜੀ ਹੈ ਉਹ ਟ੍ਰੇਨ ਹੈ ਜਿਹੜੀ ਚੱਲਦੀ ਜਾ ਰਹੀ ਹੈ। ਤੇ ਜਰਮਨੀ ਨੇ ਬਣਾਤੀ ਹੋਈ ਹੈ 605 ਕਿਲੋਮੀਟਰ 1 ਘੰਟੇ ਦੇ ਵਿੱਚ ਜਾ ਰਹੀ ਹੈ, ਔਰ ਬਗੈਰ ਕਿਸੇ ਫਿਊਲ ਤੋਂ, ਸਿਰਫ ਮੈਗਨੈਟਿਕ ਲੈਵੀਟੇਸ਼ਨ ਦੇ ਨਾਲ, ਔਰ ਧਰਤੀ ਤੋਂ ਉੱਤੇ ਉੱਠ ਕੇ ਚੱਲਦੀ ਹੈ ਇਹ ਗੱਡੀ। ਤੁਸੀਂ ਦੇਖੋ ਕਮਾਲ ਵਿਗਿਆਨ ਦੇ। ਇਹ ਅਸੀਂ ਛੋਟੇ ਜੇ ਮੈਗਨੇਟ ਦੇ ਨਾਲ ਅਸੀਂ ਇੰਨੀ ਚੀਜ਼ ਤੁਹਾਨੂੰ ਦਿਖਾ ਸਕਦੇ ਹਾਂ, ਤਾਂ ਉਹ ਵੱਡੇ ਵੱਡੇ ਮੈਗਨੇਟ ਜਿਹੜੇ ਚੁੰਬਕ ਲੱਗੇ ਹੋਏ ਆ ਉਸ ਦੇ ਨਾਲ ਇਹ ਮੈਗਨੈਟਿਕ ਟ੍ਰੇਨਸ ਹੈ ਜਿਹੜੀਆਂ, ਉਹ ਕਨਸੈਪਟ ਬੱਚਿਆਂ ਤੱਕ ਪਹੁੰਚਾਏ ਜਾਂਦੇ ਤੇ ਬੱਚੇ ਵਿਗਿਆਨੀ ਬਣ ਕੇ ਵੱਡੀਆਂ ਚੀਜ਼ਾਂ ਨੂੰ ਸਾਡੇ ਤੱਕ ਪਹੁੰਚਾ ਰਹੇ ਆ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਇੱਥੇ ਹੀ ਕੰਮ ਨਹੀਂ ਕਰਦੀਆਂ। ਇਹ ਸਟ੍ਰॉ ਹੈ ਜੀ, ਲੋ ਸਟ੍ਰॉ ਲੈ ਲਏ ਅਸੀਂ, ਆ ਕੁਝ ਸਟ੍ਰॉ ਪਕੜੇ। ਤਾਂ ਹੁਣ ਇਹ ਸਟ੍ਰॉ ਦੇ ਵਿੱਚ ਕੀ ਹੈ, ਤੁਸੀਂ ਦੇਖੋ ਵੀ ਵੇਵਸ ਬਣਾ ਦਾਂਗੇ ਅਸੀਂ। ਤੁਸੀਂ ਕਹੋ ਜੀ ਸਟ੍ਰॉ ਦੇ ਨਾਲ ਵੇਵਸ ਕਿਵੇਂ ਬਣਦੀਆਂ ਹੈ ਜੀ? ਇਹ ਤਾਂ ਕੋਲਡ ਡਰਿੰਕ ਪੀਣ ਦੇ ਕੰਮ ਆਉਂਦੇ ਆ ਸਾਡੇ, ਤੁਸੀਂ ਇਕੱਠੇ ਕਰੀ ਫਿਰਦੇ ਹੋ। ਨਹੀਂ, ਜਿਹੜੀਆਂ ਚੀਜ਼ਾਂ ਹੈਗੀਆਂ ਵਿਗਿਆਨ ਨੇ ਬਣਾਈਆਂ, ਵਿਗਿਆਨ ਦੇ ਹੀ ਕੰਮ ਆਉਣੀਆਂ ਉਹ। ਤੁਸੀਂ ਇਹ ਯਾਦ ਰੱਖਿਓ ਮੇਰੀ ਗੱਲ, ਕਿ ਵਿਗਿਆਨਕ ਤੌਰ ਦੇ ਉੱਤੇ ਜਿਹੜੇ ਅਸੀਂ ਇਹ ਪਲਾਸਟਿਕ ਦੇ ਸਟ੍ਰॉਜ਼ ਬਣਾਏ ਆ, ਇਹਨਾਂ ਤੋਂ ਵੇਵ ਫਾਰਮੇਸ਼ਨ ਤੁਹਾਨੂੰ ਦਿਖਾਵਾਂਗੇ। ਤਾਂ ਮੈਂ ਕਹੂੰਗਾ ਵੀ ਤੁਸੀਂ ਹੁਣੇ ਦੇਖੋਗੇ, ਮੈਂ ਇੱਥੋਂ એનર્ਜੀ ਦੇਵਾਂਗਾ ਇਸ ਪਹਿਲੀ ਸਟ੍ਰॉ ਨੂੰ। એનર્ਜੀ ਮੈਂ ਸਿਰਫ ਪਹਿਲੀ ਸਟ੍ਰॉ ਨੂੰ ਦੇ ਰਿਹਾ, ਬਾਕੀਆਂ ਨੂੰ ਨਹੀਂ ਦੇ ਰਿਹਾ। ਪਰ ਜਿਹੜੀ ਇਹ એનર્ਜੀ ਹੈ ਪਹਿਲੀ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਲਾਸਟ ਤੱਕ ਟਰਾਂਸਫਰ ਹੋ ਜਾਣੀ ਹੈ। ਤੁਸੀਂ ਦੇਖਿਓ ਹੁਣੇ ਤੁਹਾਡੇ ਸਾਹਮਣੇ ਵੀ ਮੈਂ ਪਹਿਲੀ ਨੂੰ એનર્ਜੀ ਦੇਵਾਂਗਾ, ਲਾਸਟ ਤੱਕ ਟਰਾਂਸਫਰ ਹੋ ਜਾਣੀ। ਆਹ ਦੇਖੋ, ਮੈਂ ਤਾਂ ਸਿਰਫ ਪਹਿਲੀ ਨੂੰ ਲਾ ਰਿਹਾ, ਪਰ ਇਸ ਦੇ ਵਿੱਚ ਇੱਕ ਸਟ੍ਰਿਪ ਲੱਗੀ ਹੋਈ ਹੈ ਜਿਸ ਦੇ ਨਾਲ ਇਹ ਸਾਰੀਆਂ ਜੁੜੀਆਂ ਹੋਈਆਂ। ਇਸ ਦੇ ਨਾਲ એનર્ਜੀ ਟਰਾਂਸਫਰ ਹੋ ਰਹੀ ਹੈ ਇੱਕ ਤੋਂ ਦੂਸਰੇ ਨੂੰ, ਦੂਸਰੇ ਤੋਂ ਤੀਸਰੇ ਨੂੰ, ਤੀਸਰੇ ਤੋਂ ਚੌਥੇ ਨੂੰ, ਔਰ ਲਾਸਟ ਤੱਕ ਜਾ ਰਹੀ ਹੈ। ਹੁਣ ਆਹੀ ਤਾਂ ਚੀਜ਼ ਹੈ, ਜੇ ਬੱਚੇ ਨੇ ਇਹ ਚੀਜ਼ ਪਕੜ ਲਈ ਇਹਦਾ ਮਤਲਬ ਉਹਦੀ ਦਿਲਚਸਪੀ ਬਣ ਗਈ। ਹੁਣ ਜਦੋਂ ਮੈਂ ਇੱਥੋਂ ਕੀਤਾ ਤਾਂ ਤੁਸੀਂ ਪਕੜ ਲਈ, ਵਾਪਸ ਵੀ ਆ ਰਹੀ ਹੈ। ਤਾਂ ਇਸ ਚੀਜ਼ ਨੂੰ ਅਸੀਂ ਕਹਿੰਦੇ ਰਿਫਲੈਕਸ਼ਨ ਆਫ ਵੇਵ। ਵੇਵ ਜਿਹੜੀ ਜਾਂਦੀ ਹੈ ਉਹ ਫਿਰ ਜੇ ਉਸ ਨੂੰ ਅੱਗੇ ਕੋਈ ਚੀਜ਼ ਮਤਲਬ ਹਿੰਡਰੈਂਸ ਮਿਲ ਗਈ, ਉੱਥੋਂ ਫਿਰ ਟਕਰਾ ਕੇ ਵਾਪਸ ਵੀ ਆਉਂਦੀ ਹੈ। ਜਿਹੜੀ ਚੀਜ਼ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਹੀ ਵਾਪਸ ਆਣੀ ਹੈ। ਇਹ ਰਡਾਰ ਦੇ ਵਾਂਗ ਵੀ ਹੁੰਦਾ ਨਾ ਕਿ ਉਹ ਭੇਜਦੇ ਨੇ ਤੇ ਉੱਥੋਂ ਵੱਜ ਕੇ ਫਿਰ ਪਤਾ ਲੱਗ ਵੱਜ ਕੇ ਵਾਪਸ ਆਉਂਦੀ ਹੈ। ਸਾਨੂੰ ਪਤਾ ਲੱਗ ਜਾਂਦਾ ਵੀ ਐਰੋਪਲੇਨ ਹੈ ਜਿਹੜਾ, ਉੱਥੇ ਕੋਈ ਰਸਤੇ 'ਚ ਜੇ ਕੋਈ ਚੀਜ਼ ਹੋਊਗੀ ਉਹ ਟਕਰਾ ਕੇ ਜਦੋਂ ਵਾਪਸ ਆਊਗੀ ਉਹਦਾ ਡਿਸਟੈਂਸ ਅਸੀਂ ਮੇਰ ਕਿੰਨੀ ਦੂਰੀ ਤੇ ਉਹ ਜਹਾਜ਼ ਉੱਡ ਰਿਹਾ, ਉਹ ਸਾਨੂੰ ਪਤਾ ਲੱਗ ਜਾਂਦਾ ਥਰੂ ਰਡਾਰ। ਤਾਂ ਇਹ ਵੇਵਸ ਹੈ ਜਿਹੜੀਆਂ, ਵੇਵਸ ਦੀਆਂ ਫਾਰਮੇਸ਼ਨਸ ਇਹਦੇ ਵਿੱਚ ਦਿਖਾਈਆਂ ਜਾਂਦੀਆਂ ਕਿ ਵੇਵਸ ਕਿਵੇਂ ਫਾਰਮ ਹੁੰਦੀਆਂ। ਤਾਂ ਇਹ ਕ੍ਰੈਸਟ ਤੇ ਟਰਫ ਦੀ ਜਿਹੜੀ ਫਾਰਮ ਦੇ ਵਿੱਚ ਹੁੰਦੀਆਂ ਇਸ ਤਰ੍ਹਾਂ ਦੀਆਂ ਵੇਵਸ, ਉੱਪਰ ਨੀਚੇ, ਇਹਨਾਂ ਨੂੰ ਕਹਿੰਦੇ ਉੱਪਰ ਨੀਚੇ ਵਾਲੀਆਂ ਵੇਵਸ, ਕ੍ਰੈਸਟ ਤੇ ਟਰਫ। ਇਹ ਜਿਹੜੀਆਂ ਵੇਵਸ ਹੋਇਆ ਕਰਦੀਆਂ, ਇਹ ਹੋਇਆ ਕਰਦੀਆਂ ਟਰਾਂਸਵਰਸ ਵੇਵਸ। ਤੇ ਇੱਕ ਹੁੰਦੀਆਂ ਸਾਡੇ ਕੋਲ ਲੌਂਗੀਟਿਊਡਨਲ ਵੇਵਸ। ਲੌਂਗੀਟਿਊਡਨਲ ਵੇਵਸ ਕਿਸ ਤਰ੍ਹਾਂ ਚੱਲਦੀਆਂ? ਅੱਗੇ ਪਿੱਛੇ ਚੱਲਦੀਆਂ। ਜਿਸ ਤਰ੍ਹਾਂ ਐਂ ਕਹੀਏ ਆਪਾਂ ਵੀ ਟ੍ਰੇਨ ਚੱਲ ਰਹੀ ਹੈ ਤੇ ਟ੍ਰੇਨ ਦੇ ਇੱਕਦਮ ਬ੍ਰੇਕ ਮਾਰ ਦੇਵੇ ਤਾਂ ਕਿਤੇ ਤਾਂ ਡੱਬੇ ਇਕੱਠੇ ਹੋ ਗਏ, ਕਿਤੇ ਖਿੰਡ ਗਏ। ਹਾਂ, ਤਾਂ ਉਹ ਜਿਹੜਾ ਹੈਗਾ ਉਸ ਨੂੰ ਅਸੀਂ ਕਹਿੰਦੇ ਆ ਲੌਂਗੀਟਿਊਡਨਲ ਵੇਵ। ਉਹ ਵੀ ਤੁਹਾਨੂੰ ਦਿਖਾਉਂਦੇ ਆ ਹੈਲੀਕਲ ਸਪਰਿੰਗ ਦੇ ਨਾਲ। ਉਹ ਸਪਰਿੰਗ ਲਿਆਓ ਮੇਰੇ ਕੋਲ ਜਰਾ, ਉਹ ਵੀ ਇਹਨਾਂ ਨੂੰ ਵੇਵਸ ਅਸੀਂ ਦਿਖਾ ਦਈਏ। ਤੇ ਹੁਣ ਜਿਵੇਂ ਇੱਕ ਆਹ ਚੀਜ਼ ਦੇਖ ਪਾ ਰਹੇ ਆ, ਇਹ ਕੀ ਚੀਜ਼? ਇਹ ਵੀ ਦਿਖਾਉਂਦੇ ਆ ਤੁਹਾਨੂੰ। ਇਹ ਵੇਵਸ ਹੈ ਨਾ ਜੀ, ਜਿਹੜਾ ਵੇਵਸ ਦਾ ਕਨਸੈਪਟ ਹੈ ਉਹ ਇੱਕ ਬੜਾ ਹੀ ਸਿੰਪਲ ਜਿਹਾ ਕਨਸੈਪਟ ਹੈ। ਇਹਨਾਂ ਵੇਵਸ ਦੇ ਕਨਸੈਪਟ ਦੇ ਨਾਲ ਹੀ ਹੁਣ ਤੁਸੀਂ ਪਾਣੀ ਖੜਾ ਹੈ, ਉਸ ਖੜੇ ਪਾਣੀ ਦੇ ਵਿੱਚ ਜੇ ਕਿਸ਼ਤੀ ਰੱਖ ਦਿੰਨੇ ਆ ਤੇ ਉਹ ਪਾਣੀ ਨੂੰ ਅਸੀਂ ਹਿਲਾ ਦਿੰਨੇ ਆ, ਤਾਂ ਉਹ ਪਾਣੀ ਦੇ ਹਿੱਲਣ ਦੇ ਨਾਲ ਕੀ ਹੁੰਦਾ, ਕਿਸ਼ਤੀ ਉੱਪਰ ਥੱਲੇ ਹੋ ਰਹੀ ਹੈ, ਅੱਗੇ ਨਹੀਂ ਜਾ ਰਹੀ। ਹਾਂ, ਜੇ ਰੁੜਾਨ ਹੋਊਗੀ ਤਾਂ ਅੱਗੇ ਜਾਊਗੀ, ਪਰ ਉਹ ਉੱਪਰ ਥੱਲੇ ਹੋ ਰਹੀ ਹੈ।